मैं जो पढ़ रही सी अज भजन 100 ते ਉਹਦੇ ਚ ਲਿਖਿਆ ਸੀਗਾ ਕਿ ਧੰਨਵਾਦ ਕਰਦੇ ਹੋਏ ਉਸ ਦੇ ਮੰਦਰ ਵਿੱਚ ਆਓ, ਉਸਤਤ ਕਰਦੇ ਹੋਏ ਉਸ ਦੀ ਪਵਿੱਤਰ ਥਾਂ ਤੇ ਜਾਓ, ਉਸ ਦਾ ਧੰਨਵਾਦ ਕਰੋ ਅਤੇ ਉਸ ਦੇ ਨਾਮ ਨੂੰ ਧੰਨ ਕਹੋ। ਧੰਨਵਾਦ ਕਰਦੇ ਹੋਏ ਉਹਦੀ ਮੰਦਰ ਦੇ ਵਿੱਚ ਆਓ, ਉਸਤਤ ਕਰਦੇ ਹੋਏ ਉਹਦੀ ਪਵਿੱਤਰ ਥਾਂ ਤੇ ਜਾਓ। ਫਿਰ ਕੀ ਕਰੋ? ਉਹਦਾ ਧੰਨਵਾਦ ਕਰੋ ਤੇ ਉਹਨੂੰ ਧੰਨਵਾਦ ਕਹੋ। ਕੌਣ ਕਿਹਾ, ਕਿਹਨੂੰ ਕਿਹਾ ਗਿਆ? ਉਹ ਭਜਨ ਸ਼ੁਰੂ ਏਦਾਂ ਹੁੰਦਾ, ਹੇ ਸਭ ਧਰਤੀ ਵਾਸੀਓ ਪ੍ਰਭੂ ਦੀ ਜੈ ਜੈਕਾਰ ਕਰੋ। ਸਾਰੇ ਧਰਤੀ ਵਾਸੀਆਂ ਨੂੰ ਜਿਸ ਪਰਮੇਸ਼ਵਰ ਨੇ ਬਣਾਇਆ, ਉਸਦੀ ਇਹ ਡਿਜ਼ਾਇਰ ਆ ਕਿ ਸਾਰੇ ਧਰਤੀ ਵਾਸੀ ਪ੍ਰਭੂ ਦੀ ਜੈ ਜੈਕਾਰ ਕਰਨ, ਸਾਰੇ ਉਸਦੀ ਉਸਤਤ ਕਰਨ। ਕਿਵੇਂ ਉਸਤਤ ਕਰ ਸਕਦੇ? ਜਦੋਂ ਉਹਨੂੰ ਕੋਈ ਜਾਣਦੇ ਹੋਣਗੇ ਤਾਂ ਹੀ ਉਸਤਤ ਕਰਨਗੇ। ਜਦੋਂ ਤੱਕ ਉਹਨੂੰ ਕੋਈ ਜਾਣਦੇ ਨਹੀਂ, ਉਹ ਕਿਵੇਂ ਉਹਦੀ ਉਸਤਤ ਕਰਨਗੇ? ਤਾਂ ਆਓ ਮੇਰੇ ਨਾਲ ਅਸੀਂ ਸਾਰੇ ਮਿਲ ਕੇ ਇੱਕ ਸਟੋਰੀ ਦੇਖਾਂਗੇ, ਇੱਕ ਰਾਜੇ ਦੀ। ਇੱਕ ਰਾਜੇ ਦੀ ਅਸੀਂ ਮਿਲ ਕੇ ਉਹ ਕਹਾਣੀ ਦੇਖਾਂਗੇ ਕਿ ਇੱਕ ਵਾਰ ਜਦੋਂ ਸੁਲੇਮਾਨ ਰਾਜਾ ਜਦੋਂ ਰਾਜਾ ਬਣਿਆ ਤਾਂ ਉਸ ਵੇਲੇ ਉਸਦੇ ਰਾਜ ਮਹਿਲ ਦੇ ਵਿੱਚ ਇੱਕ ਏਦਾਂ ਦਾ ਕੇਸ ਆਇਆ। ਉਹ ਅਸੀਂ ਰਾਜਿਆਂ ਦੀ ਪੁਸਤਕ ਉਹਦੇ 3ਰੇ ਅਧਿਆਏ ਤੇ ਉਹਦੀ 16ਵੀਂ ਆਇਤ ਵਿੱਚ ਦੇਖਦੇ ਹਾਂ ਕਿ ਉਹ ਇੱਕ ਏਦਾਂ ਦਾ ਇੱਕ, ਉਸ ਵੇਲੇ ਅਜੇ ਰਾਜੇ ਦੀ ਉਮਰ ਕੋਈ 18-19 ਸਾਲ ਦੀ ਸੀ, ਸੁਲੇਮਾਨ ਰਾਜੇ ਦੀ। ਤੇ ਉਹਦੇ ਬਹੁਤ ਕਠਿਨ ਫੈਸਲਾ ਉਹਦੇ ਦਰਬਾਰ ਦੇ ਵਿੱਚ ਆਇਆ ਕਿ 2 ਵੈਸਵਾਵਾਂ ਰਾਜੇ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਈਆਂ। ਉਹਨਾਂ ਦੋਵਾਂ ਨੇ ਕਿਹਾ, ਮਹਾਰਾਜ ਅਸੀਂ ਦੋਨਾਂ ਨੇ ਇੱਕੋ ਹੀ ਸਮੇਂ ਦੇ ਉੱਤੇ ਦੋਨਾਂ ਨੇ ਬੇਟਿਆਂ ਨੂੰ ਜਨਮ ਦਿੱਤਾ। ਤੇ ਇੱਕ ਔਰਤ ਨੇ ਕੀ ਕੀਤਾ ਕਿ ਜਦੋਂ ਸੌਂ ਰਹੀ ਸੀ, ਉਹ ਆਪਣੇ ਬੇਟੇ ਦੇ ਉੱਪਰ ਸੌਂ ਗਈ, ਪਈ ਉਹਦੇ ਉੱਪਰ। ਉਹ ਜਦੋਂ ਪਈ ਉਹਨੂੰ ਪਤਾ ਨਹੀਂ ਲੱਗਾ ਤੇ ਅਣਜਾਣੇ ਦੇ ਵਿੱਚ ਹੀ ਉਹਦੇ ਸੁੱਤੇ ਹੋਇਆ ਉਹਦਾ ਬੇਟਾ ਮਰ ਗਿਆ। ਤੇ ਜਿਹੜੀ ਦੂਸਰੀ ਔਰਤ ਸੀਗੀ, ਉਹਨੇ ਉਹ ਜਲਦੀ ਦੇਣੇ ਆਪਣਾ ਮਰਿਆ ਹੋਇਆ ਬੱਚਾ ਚੁੱਕਿਆ ਅਤੇ ਦੂਜੀ ਦੇ ਨਾਲ ਲਟਾਤਾ ਤੇ ਉਹਦਾ ਬੱਚਾ ਚੁੱਕ ਕੇ ਆਪਣੇ ਨਾਲ ਪਾ ਲਿਆ। ਤੇ ਉਹ ਦੋਨੇ ਔਰਤਾਂ ਜਦੋਂ ਲੜਾਈ ਕਰ ਰਹੀਆਂ ਸੀ ਰਾਜੇ ਦੇ ਹਜ਼ੂਰ ਦੇ ਵਿੱਚ, ਉਹ ਕਹਿੰਦੀ ਸੀ ਨਹੀਂ ਇਹ ਮੇਰਾ ਬੇਟਾ, ਉਹ ਕਹਿੰਦੀ ਨਹੀਂ ਉਹ ਮੇਰਾ ਬੇਟਾ। ਤੇ ਜੋ ਰਾਜਾ ਸੁਲੇਮਾਨ ਸੀ, 18-19-20 ਸਾਲ ਦਾ ਰਾਜਾ, ਉਹ ਸਭ ਕੁਝ ਸੁਣ ਰਿਹਾ ਸੀ। ਹੁਣ ਅਗਰ ਅੱਜ ਦੀ ਕੋਰਟ ਦੇ ਵਿੱਚ ਇਹ ਏਦਾਂ ਦਾ ਕੋਈ ਮਸਲਾ ਆ ਜਾਵੇ, ਕੋਈ ਏਦਾਂ ਦਾ ਮਾਮਲਾ ਆ ਜਾਵੇ, ਤੇ ਅੱਜ ਦੀ ਜਿਹੜੀ ਕੋਰਟ ਆ ਉਹ ਉਸ ਦਾ ਫੈਸਲਾ ਕਿਵੇਂ ਕਰੂਗੀ? ਕੀ ਕਰੂਗੀ? ਜਦੋਂ ਅਸੀਂ ਕੋਰਟ ਦੇ ਵਿੱਚ ਕੋਈ ਚੀਜ਼ ਅਪੀਲ ਲੈ ਕੇ ਜਾਂਦੇ ਆ ਤਾਂ ਉਹ ਕੀ ਕਰਦੇ ਆ? ਉਹ ਗਵਾਹ ਦੇਖਦੇ ਆ, ਉਹ ਸਬੂਤ ਦੇਖਦੇ ਆ। ਔਰ ਹੋ ਸਕਦਾ ਕਿ ਅੱਜ ਦੇ ਸਮੇਂ ਦੇ ਵਿੱਚ ਅਗਰ ਇਹ ਕੇਸ ਦਿੱਤਾ ਜਾਵੇ ਤਾਂ ਉਹ ਕਹਿਣ ਕਿ ਚਲੋ ਅਸੀਂ DNA ਟੈਸਟ ਕਰਾ ਲੈਂਦੇ ਆ, ਪਤਾ ਲੱਗ ਜਾਊਗਾ ਕਿ ਕੌਣ ਮਾਂ ਕਿਹਦਾ ਬੇਟਾ। ਪਰ ਅਸੀਂ ਗੱਲ ਕਰ ਰਹੇ ਹਾਂ ਸੁਲੇਮਾਨ ਰਾਜੇ ਦੇ ਟਾਈਮ ਦੀ। ਜਦੋਂ ਰਾਜਾ ਸੁਲੇਮਾਨ ਇੰਨੀ ਛੋਟੀ ਉਮਰ ਦੇ ਵਿੱਚ ਸੀ, ਉਹਨੇ ਦੋਨਾਂ ਔਰਤਾਂ ਦੀ ਗੱਲ ਸੁਣ ਲਈ ਤਾਂ ਉਹਨੇ ਕੀ ਕਿਹਾ? ਉਹਨੇ ਕਿਹਾ ਆਪਣੇ ਜਿਹੜੇ ਅੱਗੇ ਖੜੇ ਹੁੰਦੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਏਦਾਂ ਕਰੋ, ਤਲਵਾਰ ਲੈ ਕੇ ਆਓ ਕਿ ਬੱਚੇ ਨੂੰ 2 ਹਿੱਸਿਆਂ 'ਚ ਵੰਡੋ ਤੇ ਦੋਨਾਂ ਨੂੰ ਇੱਕ ਇੱਕ ਹਿੱਸਾ ਦੇ ਦਿਓ। ਜਿਹੜੀ ਬੱਚੇ ਦੀ ਅਸਲੀ ਮਾਂ ਸੀ, ਉਹਦਾ ਦਿਲ ਪਿਆਰ ਨਾਲ ਭਰ ਗਿਆ। ਉਹ ਰਾਜੇ ਨੂੰ ਕਹਿੰਦੀ, ਮਹਾਰਾਜ ਬੱਚੇ ਨੂੰ ਕੁਝ ਨਾ ਕਰੋ, ਇਸ ਔਰਤ ਨੂੰ ਦੇ ਦਿਓ। ਪਰ ਜਿਹੜੀ ਦੂਜੀ ਔਰਤ ਸੀ ਉਹ ਕਹਿੰਦੀ ਤੁਸੀਂ ਕਿਸੇ ਨੂੰ ਵੀ ਨਾ ਦਿਓ, ਇਹਨੂੰ 2 ਹਿੱਸਿਆਂ 'ਚ ਬੱਚੇ ਨੂੰ ਕੱਟ ਦਿਓ। ਜਦੋਂ ਰਾਜੇ ਨੇ ਇਹ ਗੱਲ ਸੁਣੀ ਕਿ ਇੱਕ ਔਰਤ ਕੀ ਕਹਿ ਰਹੀ ਆ, ਤੇ ਰਾਜੇ ਨੂੰ ਪਤਾ ਲੱਗ ਗਿਆ ਕਿ ਜਿਹੜੀ ਪਹਿਲਾਂ ਵਾਲੀ ਔਰਤ ਆ, ਜਿਹੜੀ ਕਹਿ ਰਹੀ ਆ ਕਿ ਮਹਾਰਾਜ ਤੁਸੀਂ ਬੱਚੇ ਨੂੰ ਕੁਛ ਨਾ ਕਰੋ, ਇਹਨੂੰ ਦੇ ਦਿਓ, ਇਹ ਅਸਲੀ ਮਾਂ। ਜਦੋਂ ਇਜ਼ਰਾਈਲੀ ਲੋਕਾਂ ਨੇ ਰਾਜੇ ਦੇ ਇਸ ਫੈਸਲੇ ਨੂੰ ਸੁਣਿਆ ਤਾਂ ਉਹਨਾਂ ਦੇ ਦਿਲ ਰਾਜਾ ਦੇ ਲਈ ਆਦਰ ਦੇ ਨਾਲ ਭਰ ਗਏ, ਕਿਉਂਕਿ ਉਹ ਜਾਣ ਗਏ ਕਿ ਪਰਮੇਸ਼ਵਰ ਨੇ ਉਸ ਨੂੰ ਠੀਕ ਫੈਸਲਾ ਕਰਨ ਦੇ ਲਈ ਬੁੱਧ ਦਿੱਤੀ ਹੈ। ਕਿਹੜਾ 18-19 ਸਾਲ ਦਾ ਬੱਚਾ ਏਡੇ ਵਧੀਆ ਫੈਸਲੇ ਕਰ ਸਕਦਾ? ਫਿਰ ਅਸੀਂ ਦੇਖਦੇ ਹਾਂ ਉਸੇ ਚੈਪਟਰ ਦੀ 3ਰੀ ਆਇਤ ਦੇ ਵਿੱਚ ਲਿਖਿਆ, ਸੁਲੇਮਾਨ
ਪ੍ਰਭੂ ਨੂੰ ਪੂਰੀ ਤਰ੍ਹਾਂ ਨਾਲ ਪਿਆਰ ਕਰਦਾ ਸੀ ਅਤੇ ਆਪਣੇ ਪਿਤਾ ਦੀਆਂ ਹਦਾਇਤਾਂ ਦੇ ਅਨੁਸਾਰ ਚੱਲਦਾ ਸੀ। ਰਾਜਾ ਸੁਲੇਮਾਨ ਕਿਹਦਾ ਬੇਟਾ ਸੀ? ਰਾਜਾ ਦਾਊਦ ਦਾ। ਉਹ ਆਪਣੇ ਬਾਪ ਵਾਂਗੂ ਰਾਜੇ ਦਾਊਦ ਨੂੰ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਉਹ ਪਰਮਾਤਮਾ ਦੇ ਦਿਲ ਦਾ ਬੰਦਾ ਸੀ। ਤਾਂ ਉਹਨੇ ਕਿਹਾ ਕਿ ਉਹ ਆਪਣੇ ਬਾਪ ਵਾਂਗੂ ਪਰਮੇਸ਼ਵਰ ਨੂੰ ਪਿਆਰ ਕਰਦਾ ਸੀ। ਤਾਂ ਫਿਰ ਇੱਕ ਵਾਰੀ ਰਾਜਾ ਸੁਲੇਮਾਨ ਨੇ ਪਰਮੇਸ਼ਵਰ ਦੀ ਜਿਹੜੀ ਫੇਵਰਿਟ ਜਗ੍ਹਾ ਸੀਗੀ ਗਿਬਿਓਨ ਨੂੰ ਗਿਆ। ਉਹ ਜਿਹੜੀ ਬਹੁਤ ਪ੍ਰਸਿੱਧ ਪ੍ਰਭੂ ਦੀ ਵੇਦੀ ਸੀ, ਉੱਥੇ ਜਾ ਕੇ ਉਸਨੇ ਬਲੀਆਂ ਚੜਾਈਆਂ। ਪਰਮੇਸ਼ਵਰ ਨੇ ਉਸੇ ਰਾਤ ਉਸਨੂੰ ਦਰਸ਼ਨ ਦਿੱਤੇ ਅਤੇ ਪੁੱਛਿਆ ਕਿ ਸੁਲੇਮਾਨ, ਤੂੰ ਕੀ ਚਾਹੁੰਦਾ, ਮੈਂ ਤੈਨੂੰ ਕੀ ਦੇਵਾਂ? ਤਾਂ ਉਹਨੇ ਕਿਹਾ ਕਿ ਪ੍ਰਭੂ, ਤੂੰ ਹਮੇਸ਼ਾ ਮੇਰੇ ਪਿਤਾ ਦੇ ਉੱਤੇ ਆਪਣਾ ਹੱਥ ਰੱਖਿਆ, ਤੂੰ ਸੱਚਮੁੱਚ ਮੈਨੂੰ ਮੇਰੇ ਪਿਤਾ ਦੀ ਥਾਂ ਦੇ ਉੱਤੇ ਇੱਕ ਰਾਜਾ ਬਣਾਇਆ। ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਮੁੰਡਾ ਹੀ ਹਾਂ, ਅਜੇ ਮੈਨੂੰ ਕਿਸੇ ਚੀਜ਼ ਦਾ ਪੂਰਨ ਗਿਆਨ ਨਹੀਂ ਹੈ। ਮੈਂ ਅੱਜ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹਾਂ, ਜਿਨ੍ਹਾਂ ਦੀ ਗਿਣਤੀ ਤੱਕ ਕਰਨਾ ਕਠਿਨ ਹੈ। ਇਸ ਲਈ ਪ੍ਰਭੂ, ਤੂੰ ਆਪਣੇ ਦਾਸ ਨੂੰ ਇਹੋ ਜਿਹੀ ਬੁੱਧ ਦੇ ਜਿਸ ਦੇ ਨਾਲ ਮੈਂ ਬੁਰੇ ਤੇ ਭਲੇ ਦੀ ਪਛਾਣ ਕਰ ਸਕਾਂ, ਕਿਉਂਕਿ ਤੇਰੇ ਇਹਨਾਂ ਅਣਗਿਣਤ ਲੋਕਾਂ ਉੱਤੇ ਕੌਣ ਰਾਜ ਕਰ ਸਕਦਾ ਹੈ। Give your servant an understanding mind, hearing heart. Judge your people, the spirit of discernment between good and bad. ਬੁੱਧੀ ਦਾ ਆਤਮਾ, ਡਿਸਰਨਮੈਂਟ ਦਾ ਆਤਮਾ ਦੇ ਕਿ ਮੈਂ ਤੇਰੇ ਲੋਕਾਂ ਦੇ ਉੱਤੇ ਰਾਜ ਕਰਾਂ। ਕੌਣ ਤੇਰੇ ਲੋਕਾਂ ਦੇ ਉੱਤੇ ਰਾਜ ਕਰ ਸਕਦਾ ਜਿਹੜੇ ਗਿਣਤੀ ਵਿੱਚ ਇੰਨੇ ਆ? ਪਰਮਾਤਮਾ ਜੋ ਸਮਾਨ ਤੇ ਜ਼ਮੀਨ ਦਾ ਮਾਲਕ ਆ, ਉਹ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ। ਉਸਨੇ ਕਿਹਾ ਕਿ ਤੂੰ ਮੇਰੇ ਤੋਂ ਧਨ, ਮਾਲ, ਨਾਮ, ਸ਼ੋਹਰਤ, ਸਾਰੀਆਂ ਚੀਜ਼ਾਂ ਮੰਗ ਸਕਦਾ ਸੀ, ਪਰ ਤੂੰ ਕੁਛ ਨਹੀਂ ਮੰਗਿਆ, ਤੂੰ ਸਿਰਫ ਬੁੱਧੀ ਮੰਗੀ ਆ। ਇਸ ਲਈ ਮੈਂ ਤੈਨੂੰ ਇਹੋ ਜਿਹੀ ਬੁੱਧੀ ਦੇਵਾਂਗਾ ਜਿਹੜੀ ਅੱਜ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਤੇ ਨਾ ਗਾਹ ਮਿਲੂਗੀ। ਪਰ ਇਸ ਦੇ ਨਾਲ ਹੀ ਮੈਂ ਤੈਨੂੰ ਧਨ, ਮਾਲ ਤੇ ਆਦਰ, ਜੋ ਕੋਈ ਦੂਜਾ ਰਾਜਾ ਤੇਰਾ ਟਾਕਰਾ ਨਾ ਕਰ ਸਕੇ, ਮੈਂ ਉਸਦੇ ਨਾਲ ਤੈਨੂੰ ਮਾਲਾਮਾਲ ਕਰਾਂਗਾ। ਪਰ ਫਿਰ ਜੇਕਰ ਤੂੰ ਮੇਰੀਆਂ ਵਿਧੀਆਂ ਤੇ ਆਗਿਆਵਾਂ ਨੂੰ ਆਪਣੇ ਪਿਤਾ ਦਾਊਦ ਵਾਂਗ ਮੰਨੇਗਾ ਤਾਂ ਮੈਂ ਤੇਰੀ ਉਮਰ ਵੀ ਲੰਬੀ ਕਰਾਂਗਾ। ਸਾਨੂੰ ਇਸ ਕਹਾਣੀ ਦੇ ਵਿੱਚੋਂ ਅੱਜ ਪਰਮੇਸ਼ਰ ਦਾ ਵਚਨ ਇਹ ਸਿਖਾਉਂਦਾ ਕਿ ਅਗਰ ਅੱਜ ਸਾਡੇ ਕੋਲੇ ਪ੍ਰਭੂ ਸਾਡੀ ਹਜ਼ੂਰੀ ਚ ਆ ਕੇ ਖੜਾ ਹੋ ਜਾਵੇ, ਅਸੀਂ ਪ੍ਰਭੂ ਦੀ ਹਜ਼ੂਰੀ ਚ ਖੜੇ ਹੋ ਜਾਈਏ, ਤਾਂ ਅਸੀਂ ਉਹਦੇ ਤੋਂ ਕੀ ਮੰਗਾਂਗੇ? ਕੀ ਅਸੀਂ ਆਪਣੇ ਬੱਚਿਆਂ ਦੇ ਲਈ ਕੁਝ ਮੰਗਾਂਗੇ? ਕੀ ਅਸੀਂ ਆਪਣੇ ਲਈ ਚੀਜ਼ਾਂ ਮੰਗਾਂਗੇ? ਕੀ ਅਸੀਂ ਦੁਨਿਆਵੀ ਚੀਜ਼ਾਂ ਮੰਗਾਂਗੇ? ਕੀ ਮੰਗਾਂਗੇ ਅਸੀਂ ਉਸ ਪ੍ਰਭੂ ਤੋਂ? ਅਗਰ ਪ੍ਰਭੂ ਸਾਨੂੰ ਆ ਕੇ ਕਵੇ, ਇੱਕ ਇੱਕ ਨੂੰ ਨਾਂ ਲਾ ਕੇ ਕਵੇ ਕਿ ਦੱਸ ਬੇਟਾ, ਅੱਜ ਮੈਂ ਤੈਨੂੰ ਕੀ ਦੇਵਾਂ? ਰਾਜੇ ਸੁਲੇਮਾਨ ਤੋਂ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਲਈ, ਉਹਦੇ ਲੋਕਾਂ ਨੂੰ ਪਿਆਰ ਕਰਨ ਦੇ ਲਈ ਬੁੱਧੀ ਮੰਗਦੇ ਆ, ਤਾਂ ਉਹ ਚੀਜ਼ਾਂ ਉਸ ਨੂੰ ਆਟੋਮੈਟਿਕ ਦੇ ਦਿੰਦਾ ਜਿਹੜੀਆਂ ਚੀਜ਼ਾਂ ਸਾਨੂੰ ਜ਼ਰੂਰਤ ਆ। ਮੱਤੀ ਦੇ ਵਿੱਚ ਲਿਖਿਆ ਕਿ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਰਾਜ ਤੇ ਉਹਦੀ ਇੱਛਾ ਨੂੰ ਖੋਜੋ, ਤਾਂ ਬਾਕੀ ਸਭ ਚੀਜ਼ਾਂ ਤੁਹਾਨੂੰ ਆਪੇ ਹੀ ਮਿਲ ਜਾਣਗੀਆਂ, ਆਪੇ ਹੀ ਪਰਮੇਸ਼ਵਰ ਦੇ ਦੂਗਾ। ਹੁਣ ਅਸੀਂ ਕੀ ਦੇਖਦੇ ਪਏ ਆ? ਜਦੋਂ ਅਸੀਂ ਦੇਖਿਆ ਰਾਜਾ ਦਾਊਦ ਪਰਮੇਸ਼ਵਰ ਦੇ ਦਿਲ ਦਾ ਬੰਦਾ, ਸੋਲੋਮਨ ਬੁੱਧੀ ਦੇ ਨਾਲ ਭਰਿਆ, ਲੋਕ ਦੂਰੋਂ ਦੂਰੋਂ ਉਹਦੀ ਬੁੱਧੀ ਦੀਆਂ ਗੱਲਾਂ ਸੁਣਨ ਦੇ ਲਈ ਉੱਤਰ, ਦੱਖਣ, ਪੂਰਬ, ਪੱਛਮ ਤੋਂ ਉਹਦੇ ਕੋਲੇ ਆਉਂਦੇ ਆ। ਔਰ ਕਿਹਦੀ ਮਹਿਮਾ ਕਰਦੇ ਆ? ਬੁੱਧੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਪਰਮੇਸ਼ਵਰ ਦੀ ਮਹਿਮਾ ਕਰਦੇ ਆ। ਫਿਰ ਅਸੀਂ ਹੋਰ ਦੇਖਦੇ ਉਸ ਤੋਂ ਬਾਅਦ, ਚਲੋ ਪੁਰਾਣੇ ਨੇਮ ਦੀ ਗੱਲ ਸੀ ਜਦੋਂ ਬਲੀਆਂ ਚੜਾਈਆਂ ਜਾਂਦੀਆਂ ਸੀ, ਪਰ ਅਸੀਂ ਨਵੇਂ ਨੇਮ ਦੇ ਵਿੱਚ ਦੇਖਦੇ ਹਾਂ ਪੌਲੁਸ ਰਸੂਲ ਦਾ ਜਦੋਂ ਪ੍ਰਭੂ ਦੇ ਨਾਲ ਟਾਕਰਾ ਹੋਇਆ, ਉਸ ਨੂੰ ਜਿਹੜੀ ਬੁੱਧੀ ਮਿਲੀ, ਉਸਨੇ ਜੋ ਸਭ ਕੁਝ, ਆਪਣਾ ਨਾਮ, ਸ਼ੋਹਰਤ, ਸਭ ਕੁਝ ਛੱਡ ਕੇ ਜੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਚੱਲਿਆ, ਉਹ ਸਾਨੂੰ ਕੀ ਕਹਿੰਦਾ? ਉਹ ਕਹਿੰਦਾ, ਮੇਰੇ ਭਰਾਵੋ, ਇਹ ਇੱਕ ਗੁੱਝਾ ਭੇਦ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ
ਇਹ ਤੁਹਾਨੂੰ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਸਮਝਣ ਦੇ ਹੰਕਾਰ ਤੋਂ ਬਚਾਵੇਗਾ। ਜਿਹੜਾ ਪਰਮੇਸ਼ਵਰ ਦਾ ਗਿਆਨ ਆ, ਜਿਹੜੀ ਪਰਮੇਸ਼ਵਰ ਦੀ ਬੁੱਧੀ ਆ, ਉਹ ਸਾਨੂੰ ਹੰਕਾਰੀ ਹੋਣ ਤੋਂ ਬਚਾਉਂਦੀ ਆ, ਸਾਨੂੰ ਨਮਰ ਬਣਾਉਂਦੀ ਆ। ਪੌਲੁਸ ਰਸੂਲ ਜੋ ਜਿਸ ਦੇ ਕੋਲੇ ਹਰ ਇੱਕ ਉਹ ਕੁਆਲੀਫਿਕੇਸ਼ਨ ਸੀ, ਜਿਹਦੇ ਨਾਲ ਉਹ ਫੈਰਸੀਆਂ ਦਾ ਫਰੀਸੀ ਗੁਰੂਆਂ ਦਾ ਗੁਰੂ ਬਣ ਸਕਦਾ ਸੀ, ਪਰ ਉਸਨੇ ਕੀ ਕੀਤਾ? ਉਸਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੂੜਾ ਸਮਝਿਆ। ਕਿਹਦੇ ਮੁਕਾਬਲੇ ਦੇ ਵਿੱਚ? ਪ੍ਰਭੂ ਯਿਸੂ ਦੇ ਗਿਆਨ ਦੇ ਮੁਕਾਬਲੇ ਦੇ ਵਿੱਚ, ਉਹਦੇ ਡਰ ਦੇ ਮੁਕਾਬਲੇ ਦੇ ਵਿੱਚ ਉਹਨੇ ਸਾਰੀਆਂ ਚੀਜ਼ਾਂ ਨੂੰ ਕੂੜਾ ਸਮਝਿਆ। ਉਹ ਇਹ ਕਹਿੰਦਾ ਕਿ ਜਦੋਂ ਜਿਵੇਂ ਤੁਹਾਡੇ ਕੋਲੇ ਪਰਮੇਸ਼ਵਰ ਦਾ ਗਿਆਨ ਵਧੂਗਾ, ਉਵੇਂ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਬੁੱਧੀਮਾਨ ਸਮਝਣ ਵਾਲਾ ਹੰਕਾਰ ਪੈਦਾ ਹੁੰਦਾ, ਉਸ ਤੋਂ ਤੁਸੀਂ ਬਚੇ ਰਹੋਗੇ। ਫਿਰ ਉਹ ਕੀ ਕਹਿੰਦਾ ਹੈਗਾ? ਉਹ ਕਹਿੰਦਾ ਕਿ ਪਰਮੇਸ਼ਵਰ ਦੀਆਂ ਅਸੀਸਾਂ ਇੰਨੀਆਂ ਮਹਾਨ ਹਨ ਕਿ ਉਸਦੀ ਬੁੱਧ ਤੇ ਗਿਆਨ ਇੰਨੇ ਡੂੰਘੇ ਹਨ, ਉਸਦੇ ਫੈਸਲਿਆਂ ਦਾ ਭੇਦ ਕੌਣ ਪਾ ਸਕਦਾ ਹੈ? ਉਸਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ? ਪ੍ਰਭੂ ਦੇ ਮਨ ਨੂੰ ਕਿਸਨੇ ਜਾਣਿਆ ਹੈ? ਕੌਣ ਉਸਦਾ ਸਲਾਹਕਾਰ ਹੋ ਸਕਦਾ ਹੈ? ਕਿਸਨੇ ਉਸਨੂੰ ਕਦੇ ਕੁਝ ਦਿੱਤਾ ਹੈ ਜੋ ਉਸਨੂੰ ਉਹ ਵਾਪਸ ਲੈ ਲਵੇ? ਉਹੀ ਸਭ ਚੀਜ਼ਾਂ ਦਾ ਸਿਰਜਣਹਾਰ ਹੈ। ਕੀ ਆ ਉਹ? ਸਾਰੀਆਂ ਚੀਜ਼ਾਂ ਨੂੰ ਸਿਰਜਣਹਾਰ ਮਾਲਕ ਉਹ ਆ। ਉਸਦੇ ਦੁਆਰਾ ਸਭ ਚੀਜ਼ਾਂ ਦੀ ਹੋਂਦ ਹੈ। ਉਸੇ ਦੇ ਲਈ ਸਾਰੀਆਂ ਚੀਜ਼ਾਂ ਹਨ। ਪਰਮੇਸ਼ਵਰ ਦੀ ਵਡਿਆਈ ਅਨੰਤ ਕਾਲ ਤੱਕ ਹੋਵੇ। ਸੋਲੋਮਨ ਰਾਜਾ, ਜਦੋਂ ਅਸੀਂ ਦੇਖਦੇ ਹਾਂ ਉਸ ਰਾਜੇ ਨੂੰ, ਤਾਂ ਉਸਨੇ ਹਰ ਗੱਲ ਦੇ ਵਿੱਚ ਪਰਮੇਸ਼ਵਰ ਨੂੰ ਮਹਿਮਾ ਦਿੱਤੀ, ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਿਆ, ਪਰਮੇਸ਼ਵਰ ਦੇ ਰਾਜ ਨੂੰ ਵਧਾਉਣ ਦੇ ਲਈ, ਪਰਮੇਸ਼ਵਰ ਦੇ ਲੋਕਾਂ ਦੇ ਲਈ ਉਸਨੇ ਜੋ ਵੀ ਗੱਲ ਕੀਤੀ। ਜਦੋਂ ਉਸਨੇ ਮੰਦਿਰ ਬਣਾਉਣ ਵੇਲੇ, ਜਦੋਂ ਉਸਨੇ ਮੰਦਿਰ ਵੀ ਬਣਾਇਆ, ਉਸ ਵੇਲੇ ਵੀ ਜਦੋਂ ਉਸਨੇ ਪ੍ਰਾਰਥਨਾ ਕੀਤੀ, ਉਹਨੇ ਇਹੀ ਪ੍ਰਾਰਥਨਾ ਕੀਤੀ, ਇਜ਼ਰਾइल ਦੇ ਪ੍ਰਭੂ ਪਰਮੇਸ਼ਵਰ, ਤੇਰੇ ਵਰਗਾ ਕੋਈ ਦੂਜਾ ਪਰਮੇਸ਼ਵਰ ਨਹੀਂ, ਨਾ ਆਕਾਸ਼ ਦੇ ਉੱਤੇ ਤੇ ਨਾ ਹੀ ਧਰਤੀ ਦੇ ਉੱਤੇ। ਪ੍ਰਭੂ, ਜਦੋਂ ਤੇਰੇ ਦਾਸ ਤੇਰੀ ਬੇਨਤੀ ਕਰਨ ਤਾਂ ਤੂੰ ਉਹਨਾਂ ਦੀ ਬੇਨਤੀ ਨੂੰ ਸੁਣਨਾ, ਤੂੰ ਮੰਦਿਰ ਵੱਲ ਧਿਆਨ ਕਰਨਾ। ਜਦੋਂ ਕੋਈ ਆਦਮੀ ਅਪਰਾਧ ਕਰੇ, ਉਹ ਤੇਰੇ ਕੋਲ ਆ ਕੇ ਮਾਫੀ ਮੰਗੇ। ਪ੍ਰਭੂ ਜੀ, ਜਦੋਂ ਉਹ ਮੁਕੱਦਮੇ ਦੇ ਸਮੇਂ ਤੇਰੀ ਹਜ਼ੂਰੀ ਚਾਵੇ, ਤੂੰ ਉਸਦੀ ਫਰਿਆਦ ਨੂੰ ਸੁਣਨਾ। ਪ੍ਰਭੂ, ਜਦੋਂ ਤੇਰੇ ਲੋਕ ਪਾਪ ਕਰਨ, ਪ੍ਰਭੂ ਜੀ, ਜਦੋਂ ਉਹ ਮਾਫੀ ਪ੍ਰਾਪਤੀ ਲਈ ਤੇਰੇ ਕੋਲੇ ਪ੍ਰਾਰਥਨਾ ਕਰਨ, ਤਾਂ ਪ੍ਰਭੂ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਸੁਣਨਾ। ਪ੍ਰਭੂ, ਜਦੋਂ ਤੇਰੇ ਵਿਰੁੱਧ ਪਾਪ ਕਰਨ ਲੋਕ ਤੇਰੇ, ਤੇ ਉਸ ਕਰਕੇ ਧਰਤੀ ਤੇ ਮੀਂਹ ਨਾ ਪਵੇ, ਪਰ ਫਿਰ ਜਦੋਂ ਪਛਤਾਵਾ ਕਰਕੇ ਤੇਰੇ ਵੱਲ ਮੁੜਨ, ਤਾਂ ਪ੍ਰਭੂ ਤੂੰ ਉਹਨਾਂ ਦੇ ਪਾਪ ਮਾਫ ਕਰਨਾ, ਤੂੰ ਉਹਨਾਂ ਨੂੰ ਸਾਫ਼ ਕਰਨਾ। ਪ੍ਰਭੂ, ਜਦੋਂ ਤੇਰੇ ਲੋਕ ਪਾਪ ਕਰਨ ਤੇ ਅਕਾਲ ਪਵੇ, ਮਹਾਮਾਰੀ ਆਵੇ, ਫਸਲ ਨੂੰ ਟਿੱਡੀ ਆ ਕੇ ਖਾ ਲਵੇ, ਉਹਨਾਂ ਦੇ ਵੈਰੀ ਉਹਨਾਂ ਨੂੰ ਘੇਰ ਲੈਣ, ਜਦੋਂ ਤੇਰੇ ਲੋਕ ਦੁਖੀ ਹੋ ਕੇ ਤੇਰੇ ਅੱਗੇ ਪ੍ਰਾਰਥਨਾ ਕਰਨ, ਤਾਂ ਪ੍ਰਭੂ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਸੁਣਨਾ, ਉਹਨਾਂ ਦੇ ਗੁਨਾਹਾਂ ਨੂੰ ਮਾਫ ਕਰਨਾ। ਪ੍ਰਭੂ, ਜਦੋਂ ਤੇਰੀ ਕੌਮ ਇਜ਼ਰਾਈਲੀ ਲੋਕ ਤੇਰੇ ਅੱਗੇ ਪਾਪ ਕਰਨ, ਤਾਂ ਪ੍ਰਭੂ ਤੂੰ ਸਵਰਗ ਤੋਂ ਉਹਨਾਂ ਦੀ ਫਰਿਆਦ ਨੂੰ ਸੁਣਨਾ, ਤੂੰ ਉਹਨਾਂ ਦੀ ਮਨ ਦੀ ਮੁਰਾਦ ਨੂੰ ਪੂਰੀ ਕਰਨਾ। ਪ੍ਰਭੂ ਜੀ, ਜਦੋਂ ਉਹਨਾਂ ਦੇ ਵੈਰੀ ਆ ਕੇ ਉਹਨਾਂ ਦੇ ਉੱਤੇ ਹਮਲਾ ਕਰਨ, ਪ੍ਰਭੂ ਉਹ ਪਾਪਾਂ ਤੋਂ ਮੂੰਹ ਮੋੜਨ, ਤੂੰ ਉਹਨਾਂ ਦੀ ਫਰਿਆਦ ਸੁਣ। ਮੈਂ ਇੱਕ ਵੀ ਪ੍ਰੇਅਰ ਦੇ ਵਿੱਚ ਰਾਜਾ ਸੁਲੇਮਾਨ ਨੂੰ ਇਹ ਨਹੀਂ ਦੇਖਿਆ ਕਿ ਉਹ ਕਹਿ ਰਿਹਾ ਹੋਵੇ, ਪ੍ਰਭੂ ਮੈਨੂੰ ਆਹ ਦੇਈ, ਪ੍ਰਭੂ ਮੇਰੇ ਬੱਚਿਆਂ ਦੇ ਲਈ। ਹਾਲਾਂਕਿ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਗਲਤ ਚੀਜ਼ ਆ, ਅਸੀਂ ਕਿਹਦੇ ਤੋਂ ਮੰਗਣਾ ਸੀ, ਉਹ ਤੋਂ ਮੰਗਣਾ, ਪਰ ਅਲਟੀਮੇਟ ਸੋਰਸ ਅਸੀਂ ਅੱਜ ਬੁੱਧੀ ਦਾ ਦੇਖ ਰਹੇ ਹਾਂ ਕਿ ਰਾਜਾ ਸੁਲੇਮਾਨ ਦੀ ਬੁੱਧੀ ਦੇ ਅਸੀਂ ਮੈਂ ਜਦੋਂ ਦੇਖ ਰਹੀ ਸੀ, ਪੜ੍ਹ ਰਹੀ ਸੀ, ਤੇ ਆਲਮੋਸਟ 1000 ਕਹਾਵਤਾਂ ਤੇ 3000 ਭਜਨ ਜਿਹੜੇ ਉਸਨੇ ਪ੍ਰਭੂ ਦੀ ਬੁੱਧੀ ਦੇ ਨਾਲ ਭਰ ਕੇ ਪ੍ਰਭੂ ਦੇ ਲਿਖੇ, ਉਹਨੇ ਹਰ ਇੱਕ ਚੀਜ਼ ਦਾ ਗਿਆਨ ਹਾਸਲ ਕੀਤਾ। ਪਰ ਅੰਤ ਦੇ ਵਿੱਚ ਉਹ ਕਹਿੰਦਾ ਕਿ ਸਾਰਾ ਕੁਝ ਹਵਾ ਦੇ ਵਿੱਚ ਡਾਂਗਾ ਮਾਰਨ ਦੇ ਬਰਾਬਰ ਆ। ਭੈਣੋ ਤੇ ਭਰਾਵੋ, ਅੱਜ ਸਾਨੂੰ ਵੀ ਪ੍ਰਭੂ ਆਪਣੇ ਵਚਨ ਦੇ ਰਾਹੀਂ ਇਹ ਸਿਖਾ ਰਿਹਾ ਕਿ ਅਗਰ ਇੱਕ 18-19 ਸਾਲ ਦੇ ਬੱਚੇ ਨੂੰ ਪ੍ਰਭੂ ਰਾਜਾ ਬਣਾ ਸਕਦਾ, ਇੰਨੀ ਬੁੱਧੀ ਦੇ ਸਕਦਾ, ਉਸ ਬੁੱਧੀ ਦਾ ਕਾਰਨ ਕੀ ਆ? ਕਿ ਉਹ ਪ੍ਰਭੂ ਨੂੰ ਇਹ ਕਹਿ ਰਿਹਾ ਕਿ ਪ੍ਰਭੂ
तू मैनू धन दौलत माल नाम शौहरत इज्जत नहीं चाहिदी, मैनू ओ बुद्धि इसलिए चाहिदी आ कि मैं तेरे लोकां नू प्यार कर सकां, मैं तेरे लोकां दी चंगी तरह देखभाल कर सकां, मैं तेरे लोकां नू दे विच प्रभु तेरे नाम नू उच्चा कर सकां, तां कि रहिंदी दुनिया तक प्रभु तेरा नाम उच्चा होवे, अनंत काल तक तेरे नाम दी महिमा होवे। ਅੱਜ परमेश्वर दे वचन दे विचों ਸਾਡੇ ਲਈ ਇਹ ਸਿੱਖਣ ਵਾਲੀ ਗੱਲ ਆ ਕਿ ਅੱਜ ਅਸੀਂ ਵੀ ਜਿੱਦਾਂ ਪਲੂਸ ਰਸੂਲ ਨੇ ਸਾਨੂੰ ਸਿਖਾਇਆ, ਪਲੂਸ ਰਸੂਲ ਨੇ ਸਾਨੂੰ ਕੀ ਸਿਖਾਇਆ, ਸਾਨੂੰ ਜਿਸੇ ਤਰ੍ਹਾਂ ਰਾਜਾ ਸੋਲੋਮਨ ਨੇ ਸਿਖਾਇਆ ਉਸੇ ਤਰ੍ਹਾਂ ਸਾਨੂੰ ਪਲੂਸ ਨੇ ਸਿਖਾਇਆ। ਉਹ ਕਹਿੰਦਾ ਇਸ ਲਈ ਮੇਰੇ ਭਰਾਵੋ ਤੇ ਭੈਣੋ, ਮੈਂ ਪਰਮੇਸ਼ਵਰ ਦੀਆਂ ਅਣਗਿਣਤ ਮਿਹਰਾਂ ਨੂੰ ਯਾਦ ਕਰਵਾਉਂਦਿਆਂ ਹੋਇਆਂ ਤੁਹਾਡੇ ਅੱਗੇ बेनती करता हाँ। मेरे भैनों ते भरावो, मैं परमेश्वर दियां ना गिनिया जान वालियां मेहरां नूं याद करते हुए तुहाडे अगे बेनती करदा वां। क्यों की कहना वा? अपने आप नूं जिंदा पवित्र मनण जो कुर्बानी दे रूप दे विच परमेश्वर दे सामने चढ़ाओ। यही असली आराधना, ये असली वर्शिप आ, ये असली परमेश्वर दी महिमा वा। ਇਹਦਾ ਕੀ ਮਤਲਬ ਆ? ਸੈਲਫ ਡਿਨਾਇਲ, ਸੂਲੀ ਨੂੰ ਚੁੱਕਣਾ, ਜਿਹੜੀਆਂ ਖੁਆਇਸ਼ਾਂ ਸਾਨੂੰ ਪਰਮੇਸ਼ਵਰ ਤੋਂ ਦੂਰ ਕਰਦੀਆਂ ਉਹਨਾਂ ਨੂੰ ਸੂਲੀ ਦੇ ਉੱਤੇ ਚੜਾ ਦੇਣਾ, ਕੁਰਬਾਨੀ ਦੇ ਤੌਰ ਤੇ ਚੜਾ ਦੇਣਾ। ਆਪਣੇ ਆਪ ਨੂੰ ਸੰਸਾਰ ਦੇ ਅਨੁਕੂਲ ਨਾ ਬਣਾਓ, ਸਗੋਂ ਆਪਣੇ ਆਪ ਨੂੰ ਅੰਦਰੋਂ ਪਰਮੇਸ਼ਵਰ ਨੂੰ ਬਦਲਣ ਦੇਵੋ ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ, ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਮਝ ਸਕੋ ਕਿ ਉਸਦੇ ਸਾਹਮਣੇ ਭਲਾ, ਮੰਨਣ ਯੋਗ ਅਤੇ ਪੂਰਨ ਕੀ ਹੈ। ਇਨ ਅਦਰ ਵਰਡਸ, ਪਰਮੇਸ਼ਵਰ ਦੀ ਮਹਿਮਾ ਅਨੰਤ ਕਾਲ ਤੱਕ ਹੋ। ਜਦੋਂ ਪ੍ਰਭੂ ਤੁਹਾਨੂੰ ਅੰਦਰੋਂ ਬਦਲ ਦੂਗਾ ਤੇ ਪ੍ਰਭੂ ਤੁਹਾਨੂੰ ਅਸਲੀ ਜਿਹੜੀ ਬੁੱਧੀ ਆ ਉਹ ਦੇ ਦੂਗਾ, ਤੁਹਾਨੂੰ ਇਹ ਸਿਖਾ ਦੂਗਾ ਕਿ ਦੁਨੀਆ ਦੇ ਲੋਕ ਕਿਸ ਤਰੀਕਾ ਨਾਲ ਜਿਉਂਦੇ, ਪਰ ਜਿਹੜੇ ਸਵਰਗ ਦੇ ਰਾਜੇ ਦੇ ਬੱਚੇ ਆ ਉਹਨਾਂ ਦਾ ਜਿਉਣ ਦਾ ਤਰੀਕਾ ਕੀ ਆ। ਭੈਣੋ ਤੇ ਭਰਾਓ, ਮੈਨੂੰ ਪਤਾ ਕਿ ਤੁਸੀਂ ਅੱਜ ਸਾਰੇ ਜਾਣੇ ਟੀਵੀ ਮੂਹਰੇ ਬੈਠੇ ਹੋ ਸਕਦੇ ਸੀਗੇ, ਤੁਸੀਂ ਕੋਈ ਕਿਤੇ ਬਾਹਰ ਘੁੰਮਣ ਗਏ ਹੋ ਸਕਦੇ ਸੀਗੇ, ਪਰ ਤੁਸੀਂ ਸੋਚਿਆ ਕਿ ਨਹੀਂ, ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਜਾਣਾ। ਅੱਜ ਅਸੀਂ ਸਾਰੇ ਜਾਣੇ ਜਿਹੜੀ ਉਹਦੀ ਹਜ਼ੂਰੀ 'ਚ ਬੈਠੇ ਆ, ਸਾਡੀ ਸਭ ਦੀ ਇਹ ਖੁਆਇਸ਼ ਆ ਕਿ ਪ੍ਰਭੂ ਸਾਨੂੰ ਆਪਣੀ ਉਸ ਬੁੱਧੀ ਦੇ ਨਾਲ ਮਾਲਾ ਮਾਲ ਕਰੇ ਜਿਸ ਦੇ ਨਾਲ ਉਸਨੇ ਸੋਲੋਮਨ ਨੂੰ ਬੁੱਧੀ ਦਿੱਤੀ ਸੀ, ਜਿਸ ਤਰ੍ਹਾਂ ਦੀ ਬੁੱਧੀ ਉਸਨੇ ਆਪਣੇ ਦਾਸ ਪਲੂਸ ਨੂੰ ਦਿੱਤੀ ਸੀ ਜਦੋਂ ਜੇਲ੍ਹ ਦੇ ਵਿੱਚ ਸੀਗਾ, ਜਦੋਂ ਇਸ ਤਰ੍ਹਾਂ ਦੀ ਬੁਰੀ ਹਾਲਤ ਦੇ ਵਿੱਚ ਸੀਗਾ। ਉਹ ਪਰਮੇਸ਼ਵਰ ਦੀ ਮਹਿਮਾ ਕਰ ਰਿਹਾ ਸੀ, ਉਹ ਪਰਮੇਸ਼ਵਰ ਦੀ ਵਡਿਆਈ ਕਰ ਰਿਹਾ ਸੀ। ਅੱਜ ਪਰਮੇਸ਼ਵਰ ਸਾਡੇ ਤੋਂ ਵੀ ਇਹੀ ਚਾਹੁੰਦੇ ਆ ਕਿ ਅਸੀਂ ਜਦੋਂ ਪਰਮੇਸ਼ਵਰ ਤੋਂ ਮੰਗੀਏ ਤੇ ਸਭ ਤੋਂ ਪਹਿਲਾਂ ਅਸੀਂ ਉਹਦੀ ਮਹਿਮਾ ਦੇ ਲਈ ਮੰਗੀਏ, ਸਭ ਤੋਂ ਪਹਿਲਾਂ ਅਸੀਂ ਉਸਦਾ ਰਾਜ ਤੇ ਉਹਦੀ ਇੱਛਾ ਨੂੰ ਖੋਜੀਏ, ਬਾਕੀ ਸਾਰੀਆਂ ਚੀਜ਼ਾਂ ਸਾਨੂੰ ਪਰਮੇਸ਼ਵਰ ਖੁਦ ਦੇਊਗਾ। ਆਓ ਅਸੀਂ ਆਪਣੇ ਸਾਰੇ ਜਾਣੇ ਆਪਣੇ ਹੱਥਾਂ ਨੂੰ ਉੱਪਰ ਚੁੱਕੀਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਤੁਸੀਂ ਸਾਰੇ ਜਾਣੇ ਇਸ ਵੇਲੇ ਇਹੀ ਚਾਹੁੰਦੇ ਹੋ ਔਰ ਤੁਸੀਂ ਇਹੀ ਸਾਰੇ ਜਾਣੇ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੇ ਹੋ ਕਿ ਪ੍ਰਭੂ ਸਾਨੂੰ ਤੋਂ ਆਪਣੀ ਬੁੱਧੀ ਦੇ ਨਾਲ ਮਾਲਾ ਮਾਲ ਕਰ। ਜਿੰਦਾ ਅਸਮਾਨੀ ਬਾਪ, ਤੂੰ ਜੋ ਸਵਰਗ ਤੇ ਧਰਤੀ ਨੂੰ ਬਣਾਉਣ ਵਾਲਾ ਪਰਮੇਸ਼ਵਰ ਆ ਪ੍ਰਭੂ, ਜਦੋਂ ਤੇਰੇ ਕੋਲੇ ਰਾਜਾ ਸੋਲੋਮਨ ਆਇਆ ਤਾਂ ਪ੍ਰਭੂ ਜੀ ਤੂੰ ਉਸਨੂੰ ਉਹ ਸਭ ਕੁਝ ਵੀ ਦਿੱਤਾ ਜੋ ਉਸਨੇ ਮੰਗਿਆ ਨਹੀਂ ਸੀਗਾ, ਔਰ ਪ੍ਰਭੂ ਜੀ ਤੂੰ ਉਹਨੂੰ ਉਹ ਬੁੱਧੀ ਵੀ ਦਿੱਤੀ। ਅੱਜ ਪ੍ਰਭੂ ਜਦੋਂ ਅਸੀਂ ਤੇਰੇ ਬੱਚੇ ਆ ਤਾਂ ਪ੍ਰਭੂ ਅਸੀਂ ਤੇਰੇ ਤੋਂ ਵੀ ਉਹ ਬੁੱਧੀ ਮੰਗਦੇ ਆ ਜਿਸ ਦੇ ਨਾਲ ਪ੍ਰਭੂ ਜੀ ਤੇਰਾ ਨਾਮ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਉੱਚਾ ਹੋਵੇ। ਪ੍ਰਭੂ ਜੀ ਤੇਰਾ ਨਾਮ ਅਨੰਤ ਕਾਲ ਤੱਕ ਸਾਰੇ ਧਰਤੀ ਵਾਸੀ ਜਾਣ ਸਕਣ। ਪ੍ਰਭੂ ਜਦੋਂ ਇਸ ਹਾਲਤ ਦੇ ਵਿੱਚ ਲੋਕ ਅੱਡ-ਅੱਡ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੋਏ ਆ ਤਾਂ ਪ੍ਰਭੂ ਅਸੀਂ ਇਸ ਵੇਲੇ ਜਾਣਦੇ ਆ ਕਿ ਪਿਤਾ ਪਰਮੇਸ਼ਵਰ ਸਿਰਫ ਤੇ ਸਿਰਫ ਉਹ ਤੂੰ ਆ ਜਿਹੜਾ ਸਾਨੂੰ ਇਸ ਸਮੇਂ ਦੇ ਵਿੱਚ ਦੀ ਆਪਣੀ ਬੁੱਧੀ ਦੇ ਨਾਲ ਕੱਢ ਸਕਦਾ। ਪ੍ਰਭੂ ਜੀ ਸਾਡੇ ਕੋਲੇ ਕੋਈ ਬੁੱਧੀ ਨਹੀਂ, ਸਾਡੇ ਕੋਲੇ ਕੋਈ ਲਿਆਕਤ ਨਹੀਂ, ਔਰ ਪ੍ਰਭੂ ਅਸੀਂ ਇਸ ਵੇਲੇ ਆਪਣੇ ਲਈ, ਆਪਣੀ ਚਰਚ ਦੇ ਲਈ, ਆਪਣੇ ਬੱਚਿਆਂ ਦੇ ਲਈ ਤੇਰੀ ਬੁੱਧੀ ਮੰਗਦੇ ਆ ਤਾਂ ਕਿ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ ਦੇ ਰਾਹੀਂ ਤੇਰੇ ਨਾਮ ਨੂੰ ਅਨੰਤ ਕਾਲ ਤੱਕ ਮਹਿਮਾ ਮਿਲੇ, ਤੇਰੇ ਨਾਮ ਨੂੰ ਵਡਿਆਈ ਮਿਲੇ। ਪ੍ਰਭੂ ਜੀ ਅਸੀਂ ਇਹ ਸਭ ਕੁਝ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਆ। ਸਾਰੀ ਸੰਗਤ ਕਵੇ ਆਮੀਨ।